चल रही गुरबाणी शब्द की जो विचार है, जो गुरकिरपा द्वारा ਆਪਾਂ ਸਾਰੇ रल मिल के करते हाँ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਪਾਤਸ਼ਾਹ ਕਹਿੰਦੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਹੁਣ ਇੱਕ ਹੈ ਤਿੰਨਾਂ ਥਾਵਾਂ ਤੇ ਜੋ ਗੁਰਬਾਣੀ ਦੇ ਅੰਦਰ ਲਿਖਿਆ ਹੋਇਆ, ਤੇ ਕੱਕੇ ਨੂੰ ਔਂਕੜ ਪਈ ਹੋਈ ਹੈ, ਈੜੀ ਨੂੰ ਸਿਆਰੀ, ਕੱਕੇ ਨੂੰ ਔਂਕੜ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜੇ ਹੁਣ ਤਿੰਨ ਚੇਲੇ ਹੁੰਦੇ ਤਾਂ ਇੱਥੇ ਲਿਖਿਆ ਜਾਂਦਾ ਇੱਕ ਸੰਸਾਰੀ, ਦੂਜਾ ਭੰਡਾਰੀ, ਤੀਜਾ ਲਾਏ ਦੀਵਾਨ। ਹੁਣ ਇਹ ਗੱਲ ਸਾਰੀ ਸਮਝਣ ਵਾਲੀ ਹੈ, ਬੁਝਾਰਤ ਹੈ, ਬੁੱਝਣ ਵਾਲੀ ਹੈ। ਪਾਤਸ਼ਾਹ ਕਹਿੰਦੇ ਹਰ ਇੱਕ ਜੀਵ ਸੰਸਾਰੀ ਹੈ ਤੇ ਹਰ ਇੱਕ ਜੀਵ ਹੀ ਭੰਡਾਰੀ ਹੈ, ਹਰ ਇੱਕ ਹੀ ਸੰਘਾਰੀ ਹੈ। ਇਹ ਗੱਲ ਇੱਕ ਜੀਵ ਦੀ ਹੈ ਜਿਹੜਾ ਭਵ ਸਾਗਰ ਵਿੱਚ ਜੋਤ ਆਈ ਹੋਈ ਹੈ। ਇਹ ਇੱਕੋ ਹੀ ਹੈ। ਇਹ ਨਹੀਂ ਕਿ ਇੱਕ ਵਿੱਚ ਸਿਰਫ ਪਾਲਣ ਦਾ ਹੀ ਗੁਣ ਹੈ ਤੇ ਦੂਜੇ ਵਿੱਚ ਸੰਘਾਰ ਕਰਨ ਦਾ ਤੇ ਤੀਜੇ ਵਿੱਚ ਪੈਦਾ ਕਰਨ ਦਾ। ਲਿਖਣ ਦਾ ਵੀ ਕੋਈ ਨਿਯਮ ਹੁੰਦਾ, ਕੋਈ ਰੂਲ ਹੁੰਦਾ। ਐਵੇਂ ਗੁਰਬਾਣੀ ਨਹੀਂ ਲਿਖੀ ਹੋਈ ਜਿਵੇਂ ਵਿਦਵਾਨ ਅੱਜ ਅਰਥਾਈ ਜਾਂਦੇ ਆ। ਗੁਰਬਾਣੀ ਜੋ ਹੈ ਇਹਦੀ ਵਿਚਾਰ ਵੀ ਉਹੀ ਕਰ ਸਕਦਾ ਜਿਹੜਾ ਬਾਣੀ ਦੇ ਨਾਲ ਇੱਕਮਿਕ ਹੈ। ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਪਹਿਲਾਂ ਗੁਰਮੁਖ ਹੋਣਾ ਪੈਂਦਾ ਹੈ। ਗੁਰਬਾਣੀ ਗੁਰਮੁਖ ਬਣਾਉਂਦੀ ਹੈ, ਫਿਰ ਬਾਣੀ ਦੀ ਸੋਝੀ ਆ ਜਾਂਦੀ ਹੈ, ਹੁਕਮ ਦੀ ਸੋਝੀ ਆ ਜਾਂਦੀ ਹੈ। ਇਹ ਕਿਸੇ ਖਾਸ ਨਿਯਮ ਦੇ ਵਿੱਚ ਲਿਖੀ ਹੋਈ ਹੈ। ਜਿੱਥੇ ਗੁਰਬਾਣੀ ਦੇ ਅੰਦਰ ਗਿਣਤੀ ਦੀ ਗੱਲ ਆਉਂਦੀ ਹੈ, ਉੱਥੇ ਬਕਾਇਦਾ ਗਿਣਤੀ ਬਾਰੇ ਹੀ ਲਿਖਿਆ। ਜਿਵੇਂ ਪਾਤਸ਼ਾਹ ਕਹਿੰਦੇ ਪ੍ਰਥਮੇ ਤੇਰੀ ਨੀਕੀ ਜਾਤ ਪ੍ਰਥਮੇ ਪਹਿਲਾ, ਦੁਤੀਆ ਤੇਰੀ ਮੰਨੀਏ ਪਾਤ ਦੁਤੀਏ ਦੂਜੀ, ਤ੍ਰਿਤੀਏ ਤੇਰਾ ਸੁੰਦਰ ਥਾਨ ਤ੍ਰਿਤੀਏ ਤਿੰਨ। ਹੁਣ ਸਾਰਾ ਕੁਝ ਸਹੀ ਸਹੀ ਪਾਤਸ਼ਾਹ ਨੇ ਲਿਖਿਆ। ਪ੍ਰਥਮੇ ਤਿਆਗੈ ਹਉਮੈ ਪ੍ਰੀਤ ਪ੍ਰਥਮੈ ਪਹਿਲਾ, ਦੁਤੀਆ ਤਿਆਗੀ ਲੋਗਾਂ ਰੀਤ ਦੁਤੀਏ ਦੂਜਾ, ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤ੍ਰੈ ਗੁਣ ਤਿੰਨ। ਹੁਣ ਇੱਥੇ ਗੱਲ ਗਿਣਤੀ ਦੀ ਆ ਰਹੀ ਹੈ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ ਪ੍ਰਥਮੇ ਪਹਿਲਾ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ ਦੁਤੀਏ ਦੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਸਿੱਧੀ ਗੱਲ ਆ ਗਈ। ਤ੍ਰਿਤੀਏ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਸੋ ਪ੍ਰਥਮੇ ਦਾ ਭਾਵ ਹੈ ਪਹਿਲਾ, ਦੁਤੀਏ ਦਾ ਦੂਜਾ, ਤ੍ਰਿਤੀਏ ਦਾ ਤੀਜਾ। ਵੇਖ ਲਵੋ ਹੋਰ ਵੀ ਗੁਰਬਾਣੀ 'ਚ ਬੇਅੰਤ ਬਚਨ ਹਨ, ਵੱਖਰੇ ਵੱਖਰੇ ਅਰਥ ਨਹੀਂ ਹੋ ਸਕਦੇ। ਜੇ ਨਿਯਮ ਦਾ ਧਿਆਨ ਰੱਖੀਏ ਤਾਂ ਕੱਲਾ ਕੱਲਾ ਜੀਵ ਤਿੰਨ ਤਿੰਨ ਗੁਣ ਰੱਖਦਾ। ਹਰ ਇੱਕ ਜੀਵ ਵਿੱਚ ਤਿੰਨ ਵਿਰਤੀਆਂ ਹਨ। ਸਾਰੀ ਜੀਵ ਤਿੰਨੇ ਹੀ ਗੁਣਾਂ ਦੇ ਧਾਰਨੀ ਹਨ। ਕੋਈ ਬਿਰਲਾ ਜੀਵ ਹੈ ਜੋ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਉਹ ਹੈ ਭਗਤ, ਉਹ ਹੈ ਸੱਚਖੰਡ ਦਾ ਵਾਸੀ, ਉਹ ਹੈ ਹੁਕਮੀ ਬੰਦਾ, ਉਹ ਹੈ ਹੁਕਮ ਬੁੱਝਣ ਵਾਲਾ। ਕਿਉਂਕਿ ਗੁਰਬਾਣੀ ਦੇ ਅੰਦਰ ਬਚਨ ਹੈ ਤ੍ਰੈ ਗੁਣ ਮੇਟੈ ਖਾਈਐ ਸਾਰ। ਜਿਹੜਾ ਇਹਨਾਂ ਤਿੰਨੇ ਗੁਣਾਂ ਨੂੰ ਮਿਟਾ ਦਿੰਦਾ, ਇਹਨਾਂ ਦੀ ਪਕੜ ਤੋਂ ਪਰੇ ਚਲਾ ਜਾਂਦਾ, ਉਹਨੂੰ ਸੱਚਖੰਡ ਵੱਲੋਂ ਪ੍ਰਵਾਨ ਕੀਤਾ ਜਾਂਦਾ। ਉਸੇ ਨੂੰ ਪੰਜ ਪ੍ਰਵਾਨ ਆਖਿਆ ਜਾਂਦਾ। ਇਦੋਂ ਘੱਟ ਪ੍ਰਵਾਨਗੀ ਨਹੀਂ ਹੁੰਦੀ।
ਰਜੋ ਤਮੋ ਸਤੋ, ਇਹ ਤਿੰਨ ਗੁਣ ਨੇ ਸੰਸਾਰ ਦੇ ਅੰਦਰ ਪਕੜ ਬਣਾਉਣ ਵਾਸਤੇ, ਪਰ ਸੱਚਖੰਡ ਦੀ ਦ੍ਰਿਸ਼ਟੀ ਤੋਂ ਇਹ ਔਗਣ ਨੇ। ਇਹ ਤਿੰਨੇ ਮਾਇਆ ਦੇ ਗੁਣ ਨੇ। ਰਜਗੁਣ, ਤਮਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਇਹ ਮਾਇਆ ਹੀ ਹੈ। ਕਿਉਂਕਿ ਜਿੰਨਾ ਚਿਰ ਸੁਰਤ ਇਹਨਾਂ ਨਾਲ ਜੁੜੀ ਰਹਿੰਦੀ ਹੈ, ਉਨਾ ਚਿਰ ਭਵਸਾਗਰ ਵਿੱਚ ਹੀ ਰਹਿੰਦੀ ਹੈ। ਸੋ ਪਾਤਸ਼ਾਹ ਦਾ ਕਹਿਣ ਦਾ ਭਾਵ ਵੀ ਕੋਈ ਤਿੰਨ ਨਹੀਂ ਹੈਗੇ, ਤਿੰਨੀ ਚੇਲੇ ਪ੍ਰਵਾਨ ਹੈ ਕਿ ਜਿੰਨੀਆਂ ਵੀ ਜੋਤਾਂ ਨੇ ਸਾਰੀਆਂ ਹੀ ਸੱਚਖੰਡ ਵੱਲੋਂ ਪ੍ਰਵਾਨ ਹੀ ਨੇ। ਪਰ ਜਿਹੜੀ ਜੋਤ ਭਵਸਾਗਰ ਵਿੱਚ ਆ ਜਾਂਦੀ ਹੈ, ਉਹਨੇ ਇੱਥੇ ਪ੍ਰਵਾਨ ਹੋਣਾ ਜ਼ਰੂਰੀ ਹੈ। ਉਹਦਾ ਸੱਚਖੰਡ ਨੇ ਤਾਂ ਮੰਨਿਆ ਹੀ ਹੋਇਆ ਵੀ ਠੀਕ ਹੈ, ਪਰ ਹੁਣ ਇਹ ਵੀ ਉੱਥੋਂ ਜਾਵੇ ਨਾ, ਇਹਦੇ ਵਿੱਚ ਵੀ ਉਹੀ ਗੁਣ ਆਉਣ, ਫੇਰ ਹੀ ਗੱਲ ਬਣੂਗੀ ਨਾ। ਜੇ ਇਹਦੇ ਵਿੱਚ ਹੀ ਪੂਰੇ ਗੁਣ ਨਹੀਂ ਹੈਗੇ ਤਾਂ ਇਹ ਉੱਥੇ ਨਹੀਂ ਜਾ ਸਕਦਾ। ਇਹ ਉਨਾ ਚਿਰ ਨਹੀਂ ਜਾ ਸਕਦਾ ਜਿੰਨਾ ਚਿਰ ਉਹਨਾਂ ਵਾਲੇ ਗੁਣਾਂ ਨੂੰ ਇਹ ਧਾਰਨ ਨਹੀਂ ਕਰਦਾ। ਇਹਦੇ ਜਿਹੜੇ ਆਪਣੇ ਸਵੈਮ ਗੁਣ ਨੇ, ਜਿਹੜੇ ਸ਼ੁੱਧ ਗੁਣ ਨੇ, ਜਿੰਨਾ ਚਿਰ ਉਹਨਾਂ ਨੂੰ ਨਹੀਂ ਧਾਰਦਾ। ਬਿਨ ਗੁਣ ਕੀਤੇ ਭਗਤੀ ਨਾ ਹੋਏ। ਬਿਨਾਂ ਗੁਣਾਂ ਨੂੰ ਧਾਰਨ ਕੀਤਿਆਂ ਭੈ ਤੋਂ ਮੁਕਤੀ ਨਹੀਂ ਹੋ ਸਕਦੀ, ਅੱਗੇ ਵਧ ਨਹੀਂ ਸਕਦਾ। ਸੋ ਇੱਕ ਸੰਸਾਰੀ, ਹੇ ਮੇਰੇ ਮਨਾ ਤੂੰ ਹੀ ਇੱਕ ਹੈ, ਤੂੰ ਹੀ ਸੰਸਾਰੀ ਹੈ, ਤੇਰੀ ਬਿਰਤੀ ਸੰਸਾਰ ਨਾਲ ਵੀ ਜੁੜੀ ਹੈ। ਤੂੰ ਸੰਸਾਰ ਨਾਲ ਜੁੜ ਕੇ ਕਹਿਣਾ ਜੇ ਮੈਂ ਨਾ ਹੋਵਾਂ ਤਾਂ ਮੇਰਾ ਪਰਿਵਾਰ ਦਾ ਕੀ ਬਣੂ, ਸੰਸਾਰ ਦਾ ਕੀ ਬਣੂ। ਇੱਕ ਭੰਡਾਰੀ ਵੀ ਜੇ ਮੈਂ ਨਾ ਕਮਾਵਾਂ ਤਾਂ ਸਾਰੇ ਭੁੱਖੇ ਮਰ ਜਾਣਗੇ। ਇੱਕ ਹੀ ਲਾਏ ਦੀ ਬਾਣ ਵੀ ਜੇ ਮੈਂ ਨਾ ਮਾਰਾਂ ਤਾਂ ਇੱਥੇ ਦੁਨੀਆ ਬਹੁਤ ਹੋ ਜੂਗੀ। ਜਿਵੇਂ ਕਹਿ ਦਿੰਦੇ ਆ ਵੀ ਜੇ ਅਸੀਂ ਜੀਵਾਂ ਨੂੰ ਮਾਰੀਏ ਨਾ, ਸੱਪਾਂ ਨੂੰ ਮਾਰੀਏ ਨਾ, ਤਾਂ ਸੱਪੀ ਸੱਪ ਹੋ ਜਾਣਗੇ। ਇਹ ਨਹੀਂ ਹੋ ਸਕਦਾ। ਇਹਦੇ ਪਿੱਛੇ ਜਿਹੜੀ ਗੱਲ ਹੈ ਉਹ ਹੁਕਮ ਹੈ, ਉਹ ਗੁਰਮੁਖ ਜਾਣਦੇ ਆ, ਉਹ ਸੰਸਾਰੀ ਵਿਅਕਤੀ ਨਹੀਂ ਜਾਣਦਾ, ਸੰਸਾਰੀ ਧਾਰਮਿਕ ਨਹੀਂ ਜਾਣਦਾ। ਸੰਸਾਰੀ ਧਾਰਮਿਕ ਵਿਅਕਤੀ ਤੇ ਗੱਲ ਕਹਿਣ ਦਾ ਵੀ ਫਲਾਨਾ ਜੀਵ ਮਾਰਤਾ ਤਾਂ ਹੱਤਿਆ ਹੋ ਗਈ, ਪਾਪ ਹੋ ਗਿਆ, ਪਰ ਗੁਰਮੁਖ ਨਹੀਂ ਕਹਿੰਦਾ। ਜਿਹਨੂੰ ਪੂਰਨ ਸੋਝੀ ਹੈ ਧੁਰ ਤੋਂ ਲੈ ਕੇ, ਉਹ ਕਦੇ ਨਹੀਂ ਕਹਿੰਦਾ, ਕਿਉਂਕਿ ਉਹਨੂੰ ਪਿੱਛੇ ਪਤਾ ਵੀ ਪਿੱਛੇ ਦਾ ਹੁਕਮ ਹੋ ਰਿਹਾ। ਜੇ ਉਹਨੇ ਇਹ ਗੱਲ ਕਹਿਤੀ ਫਿਰ ਤਾਂ ਪਰਮੇਸ਼ਰ ਦੀ ਬੇਅਦਬੀ ਹੋਊਗੀ, ਹੁਕਮ ਦੀ ਬੇਅਦਬੀ ਹੋਊਗੀ, ਕਿਉਂਕਿ ਜੋ ਕੁਛ ਹੋ ਰਿਹਾ ਵਰਤੇ ਸਭ ਕੁਝ ਤੇਰਾ ਭਾਣਾ ਹੈ, ਇਹ ਤਾਂ ਭਾਣਾ ਵਰਤ ਰਿਹਾ। ਕੋਈ ਵੀ ਆਤਮਾ ਤੋਂ ਸਰੀਰ ਛਡਾਇਆ ਜਾਂਦਾ, ਕਿਸੇ ਵੀ ਸਰੀਰ ਵਿੱਚ ਆਤਮਾ ਹੈ, ਉਹਦੇ ਪਿੱਛੇ ਭਾਣਾ ਹੈ, ਉਹਦੇ ਪਿੱਛੇ ਹੁਕਮ ਹੈ। ਉਹ ਉਹਦੀ ਰਜ਼ਾ 'ਚ ਚੱਲਦਾ ਹੈ। ਇਸੇ ਕਰਕੇ ਲਿਖਿਆ ਪਾਤਸ਼ਾਹ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਦੂਜਾ ਕੋਈ ਨਹੀਂ ਹੈ, ਇੱਕੋ ਹੀ ਹੈ। ਹੁਕਮ ਹੀ ਪਿੱਛੇ ਚੱਲਦਾ ਸਾਰਿਆਂ ਦੇ। ਜਿਹੜਾ ਮੰਨਦਾ ਇਸ ਗੱਲ ਨੂੰ ਵੀ ਮੈਂ ਕਿਸੇ ਨੂੰ ਮਾਰ ਸਕਦਾ, ਜਾਂ ਮੈਂ ਕਿਸੇ ਨੂੰ ਪਾਲ ਸਕਦਾ, ਜਾਂ ਮੈਂ ਕਿਸੇ ਨੂੰ ਪੈਦਾ ਕਰ ਸਕਦਾ, ਉਹ ਉਨਾ ਚਿਰ ਭਵ ਸਾਗਰ ਵਿੱਚ ਹੀ ਰਹਿੰਦਾ, ਉਹ ਇੱਥੋਂ ਜਾ ਨਹੀਂ ਸਕਦਾ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹ ਮੇਰੇ ਮਨਾ ਵੇਖ ਪਾਤਸ਼ਾਹ ਨੇ ਕੀ ਲਿਖਿਆ। ਬ੍ਰਹਮਾ ਵਿਸ਼ਨ ਮਹੇਸ਼, ਇਹ ਤਿੰਨ ਗੁਣ ਹਰ ਇੱਕ ਜੀਵ ਵਿੱਚ ਹਨ। ਭਾਵ ਕਿ ਸਨਾਤਨ ਮਤ ਦੀ ਜਿੰਨੀ ਵੀ ਫਿਲਾਸਫੀ ਸੀ, ਪਿਛਲੀ ਜਿੰਨੀ ਵੀ ਮਾਨਤਾ ਸੀ, ਗੁਰਬਾਣੀ ਨੇ ਰੱਦ ਕਰ ਦਿੱਤੀ ਕਿ ਕੋਈ ਬ੍ਰਹਮਾ ਇੱਕ ਦੇਵਤਾ ਨਹੀਂ ਹੈ, ਕੋਈ ਵਿਸ਼ਨ ਕੋਈ ਐਸਾ ਦੇਵਤਾ ਨਹੀਂ ਹੈ, ਕੋਈ ਮਹੇਸ਼ ਕੋਈ ਐਸਾ ਦੇਵਤਾ ਨਹੀਂ ਹੈ ਜਿਵੇਂ ਤੁਸੀਂ ਪੂਜਦੇ ਹੋ। ਉਹਨਾਂ ਮਨੁੱਖਾਂ ਨੂੰ ਆਖਿਆ ਵੀ ਤੁਸੀਂ ਹੋਈ ਹੋ, ਤੁਹਾਡੇ ਅੰਦਰ ਇਹ ਤਿੰਨ ਗੁਣ ਨੇ। ਇਹ ਤਿੰਨ ਗੁਣਾਂ ਨੂੰ ਤੁਸੀਂ ਗੁਣ ਮੰਨ ਕੇ ਚੱਲਦੇ ਹੋ, ਅਸਲ ਵਿੱਚ ਇਹ ਔਗਣ ਨੇ। ਇਹਨਾਂ ਨੂੰ ਛੱਡੋ, ਫਿਰ ਤੁਹਾਨੂੰ ਅਸਲ ਦਾ ਪਤਾ ਲੱਗੂ ਵੀ ਇੱਕ ਕੀ ਹੈ, ਜਿਹਦੀ ਗੱਲ ਗੁਰਬਾਣੀ ਕਹਿੰਦੀ। ਫਿਰ ਅਸਲ ਸਮਝ ਲੱਗਣੀ ਹੈ। ਉਹਨਾਂ ਚਿਰ ਅਸਲ ਨਹੀਂ ਸਮਝ ਲੱਗੂ, ਉਹਨਾਂ ਚਿਰ ਸੁਰਤ ਇਸੇ ਝਗੜੇ 'ਚ ਰਹੂਗੀ।
ਉਹ ਆਪਣਿਆਂ ਨੂੰ ਵੱਡਾ ਕਹੀ ਜਾਣਗੇ, ਅਸੀਂ ਆਪਣਿਆਂ ਨੂੰ ਵੱਡਾ ਕਹੀ ਚੱਲਾਂਗੇ। ਜਦ ਕਿ ਜਿਹੜਾ ਅਸਲੀ ਵੱਡਾ ਹੈ, ਉਹਦਾ ਸਾਨੂੰ ਪਤਾ ਹੀ ਨਹੀਂ ਵੀ ਉਹ ਵੱਡਾ ਕੌਣ ਹੈ। ਸਾਨੂੰ ਅਸਲੀ ਵੱਡੇ ਬਾਰੇ ਕੋਈ ਨਹੀਂ ਪਤਾ, ਸਿੱਖ ਮੱਤ 'ਚ ਵੀ ਨਹੀਂ ਪਤਾ। ਸਿੱਖ ਮੱਤ ਵਾਲੇ ਵੀ ਫਿਰਕੇ ਪ੍ਰਸਤੀ ਨਾਲ ਚੱਲਦੇ ਆ, ਸਨਾਤਨ ਮੱਤ ਵਾਲੇ ਵੀ, ਇਸਲਾਮ ਵਾਲੇ ਵੀ, ਈਸਾਈ ਵੀ। ਜਦੋਂ ਕੌਮ ਖੜੀ ਕਰ ਲਈ ਉਦੋਂ ਫਿਰਕੇ ਪ੍ਰਸਤੀ ਹੋ ਗਈ। ਫਿਰ ਗੁਰਬਾਣੀ ਦਾ ਕਹਿੰਦੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਇਹ ਵਚਨ ਗੁਰਬਾਣੀ ਦਾ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ। ਇੱਕ ਫਿਰ ਵੱਖੋ ਵੱਖਰਾ ਕਿਵੇਂ ਹੋ ਗਿਆ? ਗੁਰਬਾਣੀ ਕਹਿੰਦੀ ਹੈ, ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਿਆਈ। कैसी खेड है मेरे मना बचित्र है। ब्रह्मा विष्णु महेश ਤਿੰਨ ਗੁਣ ਹਰ ਇੱਕ ਜੀਵ ਵਿੱਚ ਹਨ। ਸੋ ਗਿਆਨ ਦੀ ਘਾਟ ਕਰਕੇ ਹੀ ਦੇਵਤਿਆਂ ਦਾ ਭੈ ਡਰ ਹੈ। ਸਾਨੂੰ ਡਰ ਹੈ। ਡਰ ਦਾ ਫਾਇਦਾ ਹੀ ਨਕਲੀ ਧਾਰਮਿਕ ਲੋਕ ਉਠਾ ਲੈਂਦੇ। ਆਤਮਿਕ ਗਿਆਨ ਹੀ ਇਸ ਡਰ ਭੈ ਤੋਂ ਮੁਕਤੀ ਦਿਵਾਉਂਦਾ ਹੈ। ਸੋ ਸਤੋ ਗੁਣ ਪ੍ਰਗਟ ਕਰਨਾ ਬ੍ਰਹਮਾ ਦੀ ਡਿਊਟੀ ਹੈ। ਸੱਚ ਝੂਠ ਦਾ ਫੈਸਲਾ ਅੰਤਰਾਤਮਾ ਨੇ ਕਰਨਾ ਹੈ। ਜੋ ਅੰਦਰ ਹੈ ਜਾਂ ਫਿਰ ਗੁਰਬਾਣੀ ਦੀ ਪੂਰੀ ਸਮਝ ਹੋਵੇ ਤਾਂ ਹੈ। ਸੋ ਗਿਆਨ ਦੀ ਲੋੜ ਹੈ। ਇਹ ਤਿੰਨ ਗੁਣ ਹਨ ਤਾਂ ਹਰ ਇੱਕ ਵਿੱਚ, ਪਰ ਇਹਨਾਂ ਨੂੰ ਚਲਾਉਣ ਵਾਲਾ ਪਿੱਛੇ ਹੁਕਮ ਹੀ ਹੈ। ਜਿਵੇਂ ਘੋੜੀ ਦੀ ਲਗਾਮ ਕਿਸੇ ਹੋਰ ਦੇ ਹੱਥ ਹੁੰਦੀ ਹੈ, ਸਰੀਰ ਦੀ ਲਗਾਮ ਜੀਵ ਦੇ ਹੱਥ ਹੈ, ਆਤਮਾ ਦੇ ਹੱਥ ਹੈ। ਆਤਮਾ ਦੀ ਲਗਾਮ ਹੁਕਮ ਦੇ ਹੱਥ ਹੈ। ਪਰ ਅਜੇ ਸਾਨੂੰ ਹੁਕਮ ਦੀ ਸੋਝੀ ਨਹੀਂ, ਸੁਣਿਆ ਨਹੀਂ ਕਿ ਹੁਕਮ ਹੈ ਕੀ। ਪਰ ਹੁਕਮ ਬਾਰੇ ਸੁਣਿਆ ਜ਼ਰੂਰ ਹੈ, ਤਾਂ ਹੀ ਪੂਰਾ ਭਰੋਸਾ ਨਹੀਂ ਹੁੰਦਾ। ਪੂਰਾ ਭਰੋਸਾ ਮੰਨ ਕੇ ਹੋਣਾ, ਫਿਰ ਹੁਕਮ ਬੁੱਝ ਹੋਣਾ ਤਾਂ ਪ੍ਰਾਪਤੀ ਹੈ। ਸੁਣ ਕੇ ਜਾਂ ਮੰਨ ਕੇ ਹੀ ਗੱਲ ਨਹੀਂ ਬਣਦੀ, ਜਿੰਨਾ ਚਿਰ ਹੁਕਮ ਹੈ ਮੇਰੇ ਮਨਾ ਬੁੱਝਿਆ ਨਹੀਂ ਜਾਂਦਾ। ਸੁਣਨਾ ਤੇ ਮੰਨਣਾ ਤਾਂ ਇੱਕ ਵਾਸਤਵ ਦੇ ਵਿੱਚ ਸਾਧਨ ਹੈ, ਰਸਤਾ ਹੈ, ਮਾਰਗ ਹੈ, ਪੰਧ ਹੈ ਤੇ ਮੰਜ਼ਿਲ ਹੈ ਹੁਕਮ। ਹੇ ਮੇਰੇ ਮਨਾ, ਇਹ ਵਾਰੀ ਹੈ ਤੇਰੇ ਕੋਲ। ਸੋ ਗੁਰਮੁਖ ਉਸ ਦੇ ਹੁਕਮ ਵਿੱਚ ਵਿਚਰਦਾ ਤੇ ਤਕਲੀਫ ਵੀ ਕੋਈ ਨਹੀਂ, ਸਗੋਂ ਪ੍ਰਸੰਨ ਰਹਿੰਦਾ। ਅਸੀਂ ਸਭ ਕੁਝ ਹੁੰਦੇ ਸੁਣਦੇ ਵੀ ਚਿੰਤਾ ਵਿੱਚ ਹੀ ਰਹਿੰਦੇ ਹਾਂ, ਕਿਉਂਕਿ ਅਸੀਂ ਹੁਕਮ ਤੋਂ ਉਲਟ ਚੱਲਦੇ ਹਾਂ। ਤਾਂ ਹੀ ਸਾਨੂੰ ਤਕਲੀਫ ਹੈ, ਚਿੰਤਾ ਹੈ, ਫਿਕਰ ਹੈ। ਤੇ ਗੁਰਬਾਣੀ ਵੀ ਆਖਦੀ ਹੈ, ਤ੍ਰਿਸ਼ਨਾ ਬਿਰਲੇ ਕੀ ਹੀ ਬੂਝੀ ਹੈ। ਹੁਣ ਕਿਸੇ ਬਿਰਲੇ ਦੀ ਲਿਖਿਆ, ਸਾਰਿਆਂ ਦੀ ਨਹੀਂ ਲਿਖੀ। ਗੁਰਬਾਣੀ ਸਾਰੇ ਪੜ੍ਹਦੇ, ਪਰ ਤ੍ਰਿਸ਼ਨਾ ਕਿਸੇ ਬਿਰਲੇ ਦੀ ਬੁਝਦੀ ਹੈ। ਤ੍ਰਿਸ਼ਨਾ ਦੀ ਅੱਗ ਹੈ ਨਾ ਜਿਹੜੀ, ਬੜੀ ਭੈੜੀ ਹੈ। ਜੋ ਤ੍ਰਿਸ਼ਨਾ ਕੀ ਹੈ? ਤ੍ਰੈ ਗੁਣ। ਸੋ ਜਿਵੇਂ ਹੁਕਮ ਚਲਾਉਂਦਾ ਹੈ, ਜੀਵਾਂ ਦੇ ਗੁਣ ਵਰਤਦਾ ਹੈ। ਆਤਮਾ ਸਰੀਰ ਉਵੇਂ ਚੱਲ ਰਹੀ ਹੈ ਤੇ ਜਿਵੇਂ ਉਸ ਨੂੰ ਫਰਮਾਨ ਹੁੰਦਾ ਹੈ। ਜਿਵ ਤਿਸ ਭਾਵੈ ਤਿਵੇਂ ਚਲਾਵੈ। ਹੁਣ ਜਿਵੇਂ ਉਹਨਾਂ ਨੂੰ ਭਾਉਂਦਾ ਉਹ ਉਵੇਂ ਹੀ ਚਲਾਉਂਦੇ ਆ। ਸਾਨੂੰ ਜ਼ਰੂਰ ਲੱਗਦਾ ਵੀ ਇਹ ਸਾਡਾ ਮਾੜਾ ਹੋ ਰਿਹਾ, ਉਹ ਸਾਡੇ ਭਲੇ ਵਾਸਤੇ ਚਲਾਉਂਦੇ ਆ। ਜਿੱਥੇ ਅਸੀਂ ਇਹ ਗੱਲ ਸੋਚ ਲੈਂਦੇ ਹਾਂ ਵੀ ਸਾਡਾ ਬੁਰਾ ਹੋ ਰਿਹਾ, ਉੱਥੇ ਅਸੀਂ ਅਪਰਾਧੀ ਹੋ ਜਾਂਦੇ ਹਾਂ। ਹੋਰ ਸਾਨੂੰ ਕੋਈ ਸਜ਼ਾ ਨਹੀਂ ਹੈ। ਜਦੋਂ ਅਸੀਂ ਸੋਚਦੇ ਹਾਂ ਵੀ ਆਹ ਕੰਮ ਠੀਕ ਨਹੀਂ ਹੋਇਆ, ਤਾਂ ਸਮਝ ਲਓ ਅਸੀਂ ਇੱਕ ਅਪਰਾਧ ਕਰ ਲਿਆ। ਸੋਚਣ ਨਾਲ ਹੀ ਕਰ ਤਾਂ ਉਹੀ ਹੋਣਾ ਜੋ ਉਹਦੇ ਭਾਣੇ 'ਚ ਹੈ। ਕਰ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਸਕਦੇ। ਅਸੀਂ ਮੰਨਦੇ ਹਾਂ ਵੀ ਅਸੀਂ ਕੁਛ ਕਰਦੇ ਹਾਂ, ਅਸੀਂ ਕੁਛ ਨਹੀਂ ਕਰਦੇ। ਅਸੀਂ ਸੋਚਦੇ ਹਾਂ, ਜਦ ਕਿ ਸੋਚਣਾ ਕੰਮ ਸੀ ਪਰਮੇਸ਼ਰ ਦਾ, ਕਿਉਂਕਿ ਮਾਲਕ ਉਹ ਹੈ।
ਮਾਲਕ ਸੋਚੇ ਕਿ ਨਫਾ ਕੀ ਹੋਣਾ, ਨੁਕਸਾਨ ਕੀ ਹੋਣਾ। ਇਹ ਤਾਂ ਮਾਲਕ ਦੀ ਮਰਜ਼ੀ ਹੈ, ਨੌਕਰ ਦੀ ਨਹੀਂ ਹੈ। ਨੌਕਰ ਨੇ ਤਾਂ ਆਪਣਾ ਕੰਮ ਕਰਨਾ ਜੋ ਮਾਲਕ ਨੇ ਕਹਿਤਾ। ਉਹ 'ਚ ਮਾਲਕ ਦਾ ਨਫਾ ਹੁੰਦਾ, ਨੁਕਸਾਨ ਹੁੰਦਾ, ਕੋਈ ਫਰਕ ਨਹੀਂ ਨੌਕਰ ਨੂੰ ਪੈਂਦਾ। ਨੌਕਰ ਨੂੰ ਉਹਦਾ ਮੁੱਲ ਮਿਲ ਹੀ ਜਾਣਾ, ਚਾਹੇ ਉਹਨੂੰ ਨਫਾ ਹੋਵੇ ਚਾਹੇ ਉਹਨੂੰ ਨੁਕਸਾਨ ਹੋਵੇ। ਇਸੇ ਕਰਕੇ ਭਗਤ ਜੀਵਨ ਜਿੱਤ ਗਏ ਸੀ, ਕਿਉਂਕਿ ਉਹਨਾਂ ਨੇ ਪਰਮੇਸ਼ਰ ਤੇ ਗੱਲ ਛੱਡੀ ਵੀ ਜਿਵੇਂ ਤੈਨੂੰ ਠੀਕ ਲੱਗਦਾ ਕਰ, ਅਸੀਂ ਤਾਂ ਕਰ ਦੇਣਾ। ਉਹ ਸੰਸਾਰ 'ਚ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਮਾੜਾ ਲੱਗਦਾ, ਇਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਕਿਹੜਾ ਸੰਸਾਰ 'ਚ ਬਹੁਤੀ ਦੇਰ ਰਹਿਣਾ। ਜਿਸ ਵੇਲੇ ਪਾਤਸ਼ਾਹੀਆਂ বা ਭਗਤ ਸਾਹਿਬਾਨ ਧਰਮ ਦੀ ਗੱਲ ਕਰਦੇ ਸੀ, ਸੱਚ ਦੀ ਗੱਲ ਕਰਦੇ ਸੀ, ਉਹਨਾਂ ਸੰਸਾਰੀ ਧਾਰਮਿਕ ਆਗੂਆਂ ਦੇ ਕੋਲ ਉਹਨਾਂ ਨੇ ਕਿਤੇ ਮੰਨਿਆ? ਉਹ ਤਾਂ ਇਹਨਾਂ ਦੇ ਵਿਰੋਧੀ ਸੀ। ਉਹਨਾਂ ਨੇ ਤਾਂ ਇਹਨਾਂ ਦੇ ਸਰੀਰਾਂ ਨੂੰ ਤਕਲੀਫਾਂ ਦਿੱਤੀਆਂ। ਅੱਜ ਉਹੀ ਧਰਮ ਦੇ ਲੋਕ ਇਹਨਾਂ ਦਾ ਸਤਿਕਾਰ ਕਰਦੇ ਆ। ਅੰਦਰੋਂ ਬਿਰਤੀ ਉਹੀ ਹੈ, ਬਾਹਰੋਂ ਉਹਨਾਂ ਨੇ ਦੇਖ ਲਿਆ ਵੀ ਲੋਕ ਇਸ ਚੀਜ਼ ਨਾਲ ਜੁੜੇ ਹੋਏ ਨੇ, ਆਪਾਂ ਵੀ ਐਂ ਕਰੋ। ਅੰਦਰੋਂ ਉਹੀ ਬਿਰਤੀ ਹੈ। ਜਿਨ ਮਨ ਹੋਰ ਮੁਖ ਹੋਰ, ਮਨ ਦੇ ਅੰਦਰ ਹੋਰ ਬਿਰਤੀ ਹੈ, ਮੁੱਖੋਂ ਜੈ ਜੈਕਾਰ ਕਰਦੇ ਸੇ ਕਾਂਡੇ ਕੱਚੇ। ਮੁੱਖੋਂ ਗੁਰਬਾਣੀ ਦਾ ਬੜਾ ਸਤਿਕਾਰ ਹੈ, ਬੜੀ ਉੱਚੀ ਬੋਲੀ ਜਾਂਦੀ ਹੈ ਗੁਰਬਾਣੀ, ਬੜੇ ਉੱਚੀ ਉੱਚੀ ਸ਼ਬਦ ਪੜ੍ਹੇ ਗਾਏ ਜਾਂਦੇ ਆ। ਪਰ ਜਿਹੜਾ ਆਚਰਣ ਹੈ ਉਹ ਗੁਰਬਾਣੀ ਤੋਂ ਉਲਟ ਹੈ। ਹੇ ਮੇਰੇ ਮਨਾ, ਇੱਥੇ ਭਾਵੇਂ ਲੋਕ ਖੁਸ਼ ਹੋ ਜਾਣ, ਕੋਈ ਵੱਡੀ ਗੱਲ ਨਹੀਂ। ਇਸ ਦਾ ਲੋਕ ਚੋਰਾਂ ਤੇ ਵੀ ਖੁਸ਼ ਹੋ ਜਾਂਦੇ ਆ, ਬਦਮਾਸ਼ਾਂ ਤੇ ਵੀ ਖੁਸ਼ ਹੋ ਜਾਂਦੇ ਆ, ਉਹਨਾਂ ਦੀ ਵੀ ਪੂਜਾ ਕਰੀ ਜਾਂਦਾ ਸੰਸਾਰ। ਤਾਂ ਇੱਥੇ ਦਾ ਫਿਕਰ ਨਾ ਕਰ, ਸੱਚੇ ਦੇ ਘਰ ਵਿੱਚ ਜਾਣ ਦੀ ਗੱਲ ਸੋਚ ਵੀ ਉੱਥੇ ਕੀ ਹੋਊਗਾ। ਉੱਥੇ ਥਾਓ ਨਾ ਹੋਵੇ ਪਾਉ ਦੀ, ਹੁਣ ਸੁਣੀਏ ਕਿਆ ਰੁਆਇਆ। ਉੱਥੇ ਪੈਂਦੀਆਂ ਨੂੰ ਥਾਂ ਨਹੀਂ ਲੱਭਦੀ, ਉੱਥੇ ਬੜੀਆਂ ਲਾਹਣਤਾਂ ਪੈਂਦੀਆਂ ਨੇ। ਔਰ ਉਹ ਬੇਸ਼ਰਮੀ ਆ ਜਿਹੜੀ, ਉਹ ਝੱਲਣੀ ਬਹੁਤ ਔਖੀ ਹੈ। ਸੋ ਪਾਤਸ਼ਾਹ ਕਹਿੰਦੇ ਜਿਵ ਤਿਸ ਭਾਵੈ, ਕਿ ਜਿਵੇਂ ਤੈਨੂੰ ਭਾਉਂਦਾ ਤਿਵੇਂ ਚਲਾਵੈ, ਉਵੇਂ ਚਲਾ ਰਿਹਾ। ਜਿਵ ਹੋਵੇ ਫਰਮਾਨ, ਜਿਵੇਂ ਉਹਦਾ ਹੁਕਮ ਆਉਂਦਾ, ਗੁਰਮੁਖ ਦੇ ਹਿਰਦੇ ਦੇ ਅੰਦਰ ਆਉਂਦਾ, ਆਪਣੇ ਵੀ ਹੈ ਫਰਮਾਨ, ਹਰ ਇੱਕ ਦੇ ਹਿਰਦੇ 'ਚ ਆਉਂਦਾ। ਉਹੀ ਤਾਂ ਅਸੀਂ ਬੁੱਝਣਾ, ਉਹੀ ਤਾਂ ਅਸੀਂ ਸਮਝਣਾ, ਉਹੀ ਸਾਡਾ ਮੇਨ ਪਰਪਜ ਹੈ। ਪਰ ਅਸੀਂ ਉਹ ਤੋਂ ਹੀ ਪਰੇ ਚੱਲਦੇ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਧਾਨ। ਹੁਣ ਵਡਿਆਈ ਉਸ ਦੀ ਹੀ ਹੈ ਕਿ ਦੋਹਾਂ ਨੂੰ ਦੇਖ ਰਹੇ, ਆਤਮਾ ਨੂੰ ਵੀ ਤੇ ਸਰੀਰ ਨੂੰ ਵੀ। ਆਪ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਨਾ ਤਾਂ ਉਹਨੂੰ ਸਰੀਰ ਨੂੰ ਦਿਸਦਾ, ਨਾ ਆਤਮਾ ਨੂੰ ਕੁਝ ਦਿਸਦਾ। ਆਤਮਾ ਨੂੰ ਸੰਸਾਰ ਦਿਖਦਾ। ਤਾਂ ਹੀ ਅਸੀਂ ਚੰਗਾ ਮਾੜਾ ਸੋਚਦੇ ਆ ਜਾਂ ਮੰਨਦੇ ਆ, ਕਿਉਂਕਿ ਹੁਕਮ ਨਜ਼ਰ ਨਹੀਂ ਆਉਂਦਾ। ਅਸਲ ਵਿੱਚ ਉਹੀ ਤਾਂ ਚਲਾ ਰਿਹਾ। ਤਾਂ ਹੀ ਸਾਡੇ ਕੋਲ ਬੈਰੀ ਬੇਗਾਨਾ, ਆਪਣਾ ਪਰਾਇਆ। ਪਰ ਸਾਡੇ ਕੋਲ ਅੱਖ ਹੈ ਮਾਇਆ ਦੀ, ਪੰਜ ਤੱਤਾਂ ਦੀ। ਉਸ ਦੇ ਨਾਲ ਦਿਸਦਾ ਨਹੀਂ ਉਹ, ਕਿਉਂਕਿ ਉਹ ਮਾਇਆ ਤੋਂ ਪਰੇ। ਉਹ ਨੇਤਰਾਂ ਨਾਲ ਦਿਸਦਾ, ਅੱਖਾਂ ਨਾਲ ਨਹੀਂ ਦਿਸਦਾ। ਪਰ ਸਾਡੇ ਤਾਂ ਅੱਖਾਂ ਨੂੰ ਹੀ ਨੇਤਰ ਕਹੀ ਜਾਂਦੇ ਆ। ਸਾਡੇ ਬਾਹਰਲੇ ਸਰੀਰ ਨੂੰ ਹੀ ਸਾਰਾ ਕੁਝ ਮੰਨੀ ਬੈਠੇ ਆ। ਖਾਸ ਕਰਕੇ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਮੰਨੀ ਬੈਠੇ। ਹੈਰਾਨੀ ਤਾਂ ਉਦੋਂ ਹੁੰਦੀ ਹੈ, ਦੁੱਖ ਉਦੋਂ ਹੁੰਦਾ ਵੀ ਤੁਸੀਂ ਤਾਂ ਸਭ ਕੁਝ ਜਾਣਦੇ ਹੋ, ਵੀ ਜਿਹੜੇ ਬਾਹਰਲੇ ਸਰੀਰ ਦੀਆਂ ਅੱਖਾਂ ਨੂੰ ਤੁਸੀਂ ਨੇਤਰ ਮੰਨ ਲਏ, ਹੱਥਾਂ ਨੂੰ ਤੁਸੀਂ ਕਰ ਮੰਨ ਲਿਆ, ਪੈਰਾਂ ਨੂੰ ਤੁਸੀਂ ਚਰਨ ਮੰਨ ਲਿਆ, ਇਹ ਤਾਂ ਇੱਥੇ ਹੀ ਸੜ ਕੇ ਸੁਆਹ ਹੋ ਜਾਂਦੇ ਆ। ਫਿਰ ਗਾਹਾਂ ਕਿੱਥੇ ਜਾਓਗੇ? ਫਿਰ ਆਤਮਾ ਦਾ ਕੀ ਵਾਜੂਦ ਹੈ? ਆਤਮਾ ਵੀ ਤਾਂ ਕੁਝ ਹੈ, ਉਹਦਾ ਕੀ ਵਾਜੂਦ ਹੈ? ਉਹਦਾ ਮੁੱਖ ਕੀ ਹੈ? ਉਹਦਾ ਮਸਤਕ ਕੀ ਹੈ? ਉਹਦੀ ਜੀਭ ਕੀ ਹੈ? ਉਹਦੇ ਬਾਰੇ ਤਾਂ ਕੁਝ ਦੱਸੋ। ਹੁਣ ਉਹਦੇ ਬਾਰੇ ਤਾਂ ਦੱਸਣ ਜੇ ਆਤਮਾ ਵੇਖੀ ਹੋਵੇ। ਵੇਖਿਆ ਤਾਂ ਸਰੀਰ ਹੈ। ਗੁਰਬਾਣੀ ਕਹਿੰਦੀ ਹੈ ਜਾਣੋ ਜੋਤ, ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਅੱਗੇ ਨਹੀਂ ਜਾਣਾ ਇਹ ਸਰੀਰ। ਜੋਤ ਦੇ ਕੀ ਨੇਤਰ ਨੇ, ਉਹਨਾਂ ਬਾਰੇ ਗੱਲ ਕਰੋ। ਨੇਤਰੀ ਸਤਿਗੁਰ ਵੇਖਣਾ, ਅੱਖਾਂ ਨਾਲ ਨਹੀਂ ਵੇਖਣਾ। ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਹਾਂਪੁਰੀ।
ਮਾਂ ਪਿਰੀ ਕਹਿੰਦੇ ਉਹ ਇਹ ਅੱਖਾਂ ਨਹੀਂ ਜਿਨ੍ਹਾਂ ਨਾਲ ਤੁਸੀਂ ਦੇਖਣਾ ਚਾਹੁੰਦੇ ਹੋ, ਇਹ ਤਾਂ ਇੱਥੇ ਹੀ ਸੜ ਜਾਂਦੀਆਂ ਨੇ, ਪਰ ਉਹ ਤਾਂ ਬਾਅਦ ਚ ਵੀ ਦਿਖਦੀਆਂ ਨੇ। ਫਿਰ ਉਹ ਕੀ ਹੈ? ਇਸ ਮਨ ਕੋ ਕੋਈ ਖੋਜੋ ਭਾਈ, ਉਹ ਮਨ ਨੂੰ ਖੋਜਣਾ ਸੀ। ਮਨ ਹੀ ਆਤਮਾ ਹੈ, ਮਨ ਹੀ ਧਿਆਨ ਹੈ। ਉਹਦੀ ਖੋਜ ਕਰਨ ਵਾਸਤੇ ਹੇ ਮੇਰੇ ਮਨਾ ਤੈਨੂੰ ਸਮਾਂ ਦਿੱਤਾ ਪਰਮੇਸ਼ਰ ਨੇ। ਪਰ ਸਾਡੇ ਕੋਲ ਤਾਂ ਅੱਖ ਮਾਇਆ ਦੀ ਹੈ, ਤੇ ਉਹ ਮਾਇਆ ਦੀ ਅੱਖ ਨਾਲ ਦਿਸਦਾ ਨਹੀਂ, ਕਿਉਂਕਿ ਮਾਇਆ ਤੋਂ ਪਰੇ ਹੈ। ਜਿਹੜੀ ਨੱਥ ਪਾਈ ਹੋਈ ਹੈ ਉਹ ਹੁਕਮ ਹੀ ਹੈ, ਉਹ ਸਾਡੇ ਅੰਦਰ ਹੈ। ਅੰਦਰ ਅਸੀਂ ਦੇਖਦੇ ਨਹੀਂ, ਧਿਆਨ ਤਾਂ ਅਸੀਂ ਬਾਹਰ ਹੀ ਰੱਖਦੇ ਹਾਂ। ਜਦੋਂ ਅਸੀਂ ਆਪਣੇ ਅੰਦਰ ਭਾਵ ਆਪਣੀ ਸੋਚ ਨੂੰ ਵਿਚਾਰਨ ਲੱਗ ਗਏ ਤਾਂ ਉਸ ਵਿਚਾਰ ਵਿੱਚੋਂ ਹੀ ਹੁਕਮ ਦੀ ਸੋਝੀ ਆ ਜਾਣੀ ਹੈ। ਫਿਰ ਪਤਾ ਚੱਲਣਾ ਕਿ ਸਾਰੀ ਖੇਡ ਕੌਣ ਖੇਡਦਾ ਹੈ, ਤੇ ਫਿਰ ਉਹ ਖੇਡ ਵੀ ਸਾਫ਼ ਨਜ਼ਰ ਆਉਂਦੀ ਹੈ। ਉਨਾ ਚਿਰ ਨਹੀਂ ਹੈ। ਫਿਰ ਆਪਣਾ ਕਰਤਾ ਭਾਵ ਖਤਮ ਹੋ ਜਾਣਾ। ਫਿਰ ਆਖੂਗਾ ਕਿ ਪਾਪ ਪੁੰਨ ਹਮਰੇ ਵਸ ਨਾਹੀਂ, ਰਸਕ ਰਸਕ ਨਾਨਕ ਗੁਣ ਗਾਏ। ਉਨਾ ਚਿਰ ਇਹ ਨਹੀਂ ਕਹਿ ਸਕਦਾ। ਉਨਾ ਚਿਰ ਕਹੂਗਾ ਪਾਪ ਪੁੰਨ ਮੈਂ ਕਰਦਾ, ਮੇਰੇ ਤੋਂ ਪਾਪ ਹੋ ਗਿਆ, ਮੇਰੇ ਤੋਂ ਪੁੰਨ ਹੋ ਗਿਆ। ਉਨਾ ਚਿਰ ਪਾਪ ਪੁੰਨ ਦੀ ਖੇਡ ਵਿੱਚ ਸ਼ਾਮਲ ਰਹੂਗਾ। ਗੁਰਬਾਣੀ ਕਹਿੰਦੀ ਆ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਸੱਚਖੰਡ ਨਹੀਂ ਜਾਣਗੇ ਉਹ। ਉਹਨਾਂ ਨੇ ਕੁਛ ਮੰਨਿਆ ਹੋਇਆ, ਉਹ ਜਿਹੜੇ ਚੀਜ਼ ਮੰਨੀ ਹੋਈ ਹੈ ਤੁਹਾਡੀ ਉਹਦੀ ਪੜੋ ਚਾਲ ਤਾਂ ਹੋਊਗੀ ਹੋਊਗੀ। ਉਹਦੇ ਵਿੱਚ ਤਾਂ ਦੇਖਿਆ ਜਾਊਗਾ ਚੰਗਾ ਕੀ ਹੈ ਤੇ ਬੁਰਾ ਕੀ ਹੈ। ਤਾਂ ਹੀ ਲਿਖਿਆ ਨਾ ਚੰਗਿਆਈਆਂ ਬੁਰਾਈਆਂ ਬਾਚੈ ਧਰਮ ਹਦੂਰ। ਕਿੱਡੀ ਵੱਡੀ ਗੱਲ ਲਿਖੀ ਗੁਰੂ ਨਾਨਕ ਸਾਹਿਬ ਨੇ ਕਿ ਤੁਹਾਡਾ ਚੰਗਾ ਕੰਮ ਵੀ ਬਾਚਿਆ ਜਾਊਗਾ। ਮਾੜਾ ਤਾਂ ਬਾਚ ਹੀ ਹੁੰਦਾ, ਤੁਹਾਡਾ ਚੰਗਾ ਨਹੀਂ। ਕੋਈ ਚੰਗੀ ਚੀਜ਼ ਨੂੰ ਬਾਚਦਾ ਥੋੜ੍ਹਾ ਦੇਖਿਆ। ਇਹਦਾ ਮਤਲਬ ਸਾਨੂੰ ਸਾਡੇ ਤੇ ਉਹਨਾਂ ਨੂੰ ਯਕੀਨ ਨਹੀਂ ਹੈਗਾ ਵੀ ਜਿਹੜਾ ਤੁਸੀਂ ਚੰਗਾ ਕੀਤਾ ਹੋਇਆ ਸਾਡੀ ਦਰਗਾਹ 'ਚ ਚੰਗਾ ਨਹੀਂ ਹੈਗਾ। ਸਾਡੇ ਤੇ ਭਰੋਸਾ ਨਹੀਂ ਉਹ ਕਰਦੇ, ਕਿਉਂਕਿ ਸਾਡੀ ਜਿਹੜੀ ਬਿਰਤੀ ਹੈ, ਸਾਡੀ ਜਿਹੜੀ ਸੋਚ ਹੈ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਹੈਗੀ। ਨਹੀਂ ਇੱਥੇ ਨਾ ਲਿਖਦੇ ਉਹ ਚੰਗਿਆਈਆਂ। ਸਾਡੇ ਸੰਸਾਰ 'ਚ ਚੰਗਾ ਕੁਛ ਹੋਰ ਹੈ, ਬੁਰਾ ਕੁਛ ਹੋਰ ਹੈ। ਸੱਚਖੰਡ ਦੀ ਦ੍ਰਿਸ਼ਟੀ ਤੋਂ ਚੰਗਾ ਕੋਈ ਹੋਰ ਹੈ, ਬੁਰਾ ਕੋਈ ਹੋਰ ਹੈ। ਜਿੰਨਾ ਚਿਰ ਹੇ ਮੇਰੇ ਮਨਾ ਉਹ ਨਹੀਂ ਤੈਨੂੰ ਪਤਾ ਲੱਗਦਾ, ਨਹੀਂ ਜਾ ਸਕਦਾ ਸੱਚਖੰਡ 'ਚ। ਗੁਰਬਾਣੀ ਕਹਿੰਦੀ ਸਿੱਧਾ ਲਿਖਿਆ ਪਾਤਸ਼ਾਹ ਨੇ ਪਾਪ ਪੁੰਨ ਹਮਰੇ ਵਸ ਨਾ ਹੈ। ਕਿਹਨੇ ਕਿਹਾ ਹੈ? ਗੁਰਮੁਖ ਨੇ ਆਖਿਆ ਵੀ ਸੰਸਾਰ 'ਚ ਕੋਈ ਪਾਪ ਪੁੰਨ ਸਾਡੇ ਵਸ ਨਹੀਂ ਹੈ। ਇਹ ਤਾਂ ਤੂੰ ਕਰਵਾ ਰਿਹਾ, ਤੇਰੀ ਦ੍ਰਿਸ਼ਟੀ ਤੋਂ ਹੋ ਰਿਹਾ, ਤੇਰੇ ਹੁਕਮ 'ਚ ਹੋ ਰਿਹਾ। ਫਿਰ ਅਸੀਂ ਕਿਉਂ ਮੰਨੀਏ ਵੀ ਇਹ ਪਾਪ ਹੋ ਗਿਆ, ਪੁੰਨ ਹੋ ਗਿਆ? ਫਿਰ ਉਹ ਹੁਕਮ ਪਤਾ ਲੱਗਦਾ, ਰਸਕ ਰਸਕ ਫਿਰ ਰਸ ਆਉਂਦਾ ਹੈ। ਫਿਰ ਹੁਕਮ ਬਾਰੇ ਪਤਾ ਲੱਗਾ। ਨਾਨਕ ਜੀ ਕਹਿੰਦੇ ਫਿਰ ਮੈਨੂੰ ਨਾਮ ਦਾ ਪਤਾ ਲੱਗਿਆ, ਗੁਣ ਗਾਏ। ਫਿਰ ਮੈਂ ਉਹ ਗੁਣਾਂ ਨੂੰ ਫੜਿਆ ਵੀ ਆਹ ਇਹ ਹੁਕਮ, ਆਹ ਇਹ ਨਾਮ। ਨਾਨਕ ਹੁਕਮ ਹੈ ਜੇ ਬੁੱਝੈ ਤਾਂ, ਕਹਿੰਦੇ ਜਦੋਂ ਮੈਂ ਹੁਕਮ ਬੁੱਝਿਆ ਤਾਂ ਪਤਾ ਲੱਗਿਆ ਹਉਮੈ ਕਹੇ ਨਾ। ਹੁਣ ਨਹੀਂ ਹਉਮੈ ਦੀ ਕੋਈ ਗੱਲ, ਹੁਣ ਕੋਈ ਭਰਮ ਹੀ ਨਹੀਂ ਰਿਹਾ। ਸਾਰਾ ਭਰਮ ਖਤਮ, ਲੇਖਾ ਖਤਮ। ਨਹੀਂ ਤਾਂ ਲੇਖਾ ਹੀ ਲਿਖੀ ਜਾਂਦਾ, ਨਹੀਂ ਤਾਂ ਲੇਖਾ ਚੱਲੀ ਜਾਂਦਾ। ਲੇਖਾ ਛੋੜ ਅਲੇਖੇ ਛੂਟੈ, ਹਮ ਨਿਰਗੁਣ ਲਿਹੋ ਉਵਾਰੀ। ਹੇ ਮੇਰੇ ਮਨਾ ਵੇਖ ਗੁਰਬਾਣੀ ਕੀ ਬਾਰ-ਬਾਰ ਤੈਨੂੰ ਸਮਝਾ ਰਹੀ ਹੈ। ਲੇਖੇ ਵਿੱਚ ਹੀ ਸਰੀਰ ਛੱਡਿਆ ਜਾਣਾ ਤੇ ਫਿਰ ਉਹਨਾਂ ਨੇ ਵਾਪਸ ਉਹੀ ਲੇਖੇ ਮੁਤਾਬਕ ਉਹੀ ਸਰੀਰ ਭੇਜ ਦੇਣਾ। ਸੋ ਇੱਥੇ ਤਾਂ ਲੇਖੇ ਤੋਂ ਬਾਹਰ ਵਾਲਿਆਂ ਲਈ ਥਾਂ ਹੈ, ਲੇਖੇ ਵਾਲਿਆਂ ਲਈ ਨਹੀਂ। ਤਾਂ ਹੀ ਪਾਤਸ਼ਾਹ ਨੇ ਲਿਖਿਆ ਲੇਖਾ ਛੋੜ ਅਲੇਖਾ ਛੁੱਟੈ, ਵੀ ਛੱਡ ਇਹ ਮਨੌਤਾਂ ਨੂੰ ਛੱਡ। ਹਮ ਨਿਰਗੁਣ ਲਿਹੋ ਉਵਾਰੀ, ਮੈਂ ਸਭ ਕੁਛ ਛੋੜ ਤੂੰ ਹੀ ਧਿਆਇਆ। ਦੇਖੋ ਕੀ ਲਿਖਿਆ, ਮੈਂ ਸਭ ਕੁਝ ਛੋੜ, ਕਹਿੰਦੇ ਮੈਂ ਸਾਰਾ ਕੁਝ ਛੱਡਿਆ ਸੰਸਾਰ ਦਾ, ਤੂੰ ਹੀ ਧਿਆਇਆ। ਤੇਰੇ 'ਚ ਧਿਆਨ ਰੱਖਿਆ ਵੀ ਤੇਰਾ ਜਿਹੜਾ ਹੁਕਮ ਹੈ ਸਾਰੇ ਸੰਸਾਰ ਨੂੰ ਚਲਾ ਰਿਹਾ, ਮੈਨੂੰ ਉਹਦਾ ਪਤਾ ਲੱਗੇ ਵੀ ਉਹ ਕੀ ਹੈ। ਮਾਇਆ ਛੱਡ ਦੇਣੀ ਹੀ ਮੁਕਤੀ ਹੈ। ਉਸ ਤੋਂ ਅੱਗੇ ਫਿਰ ਆਰਾਧਨਾ ਸ਼ੁਰੂ ਹੁੰਦੀ ਹੈ।
ਕਿਉਂਕਿ ਮਾਇਆ ਛੱਡਣ ਨਾਲ ਹਉਮੈ ਨਹੀਂ ਛੱਡੀ ਜਾਂਦੀ। ਇਸੇ ਕਰਕੇ ਆਰਾਧਨਾ ਦੀ ਲੋੜ ਹੈ ਕਿ ਨਾਮ ਮਿਲੇ। ਨਾਮ ਦੀ ਪ੍ਰਾਪਤੀ ਨਾਲ ਹੀ ਹੇ ਮੇਰੇ ਮਨਾ ਹਉਮੈ ਖਤਮ ਹੁੰਦੀ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਹਉਮੈ ਹੈ ਜਿਹੜੀ, ਇਹ ਸਾਡੀ ਆਪਣੀ ਹੋਂਦ ਹੈ। ਮਾਇਆ ਜਿਹੜੀ, ਉਹ ਪਰਮੇਸ਼ਰ ਨੇ ਪੈਦਾ ਕੀਤੀ ਹੋਈ ਹੈ। ਪਰਮੇਸ਼ਰ ਦੀ ਪੈਦਾ ਕੀਤੀ ਹੋਈ ਚੀਜ਼ ਨਾਲ ਪਰਮੇਸ਼ਰ ਦਾ ਕੋਈ ਟਕਰਾਅ ਨਹੀਂ ਹੈ। ਟਕਰਾਅ ਤਾਂ ਸਾਡਾ ਹੈ। ਜਿਹੜੀ ਸਾਡੀ ਆਤਮਾ ਹੈ ਉਹ ਸੱਚਖੰਡ ਵਾਲੀ ਆਤਮਾ ਨਾਲ ਟਕਰਾਉਂਦੀ ਹੈ, ਉਹਨਾਂ ਦੀ ਗੱਲ ਨਹੀਂ ਮੰਨਦੀ। ਤਾਂ ਹੀ ਲਿਖਿਆ ਹੁਕਮ ਮੰਨੇ ਹੈ, ਕਹਿੰਦੇ ਹੁਕਮ ਮੰਨ। ਇਹ ਹੁਕਮ ਨਹੀਂ ਮੰਨਦੀ, ਕਹਿੰਦੇ ਨਹੀਂ ਮੇਰਾ ਹੁਕਮ ਚੱਲਣਾ ਚਾਹੀਦਾ, ਮੇਰੀ ਇੱਛਾ ਚੱਲਣੀ ਚਾਹੀਦੀ ਹੈ। ਉਹਨਾਂ ਚਿਰ ਮੈਂ ਨਹੀਂ ਤੁਹਾਡੀ ਗੱਲ ਮੰਨਦੀ। ਫਿਰ ਜਿੰਨਾ ਚਿਰ ਇਹ ਗੱਲ ਨਹੀਂ ਮੰਨਦੀ ਉਹਨਾਂ ਚਿਰ ਭਾਵ ਸਾਗਰ 'ਚ ਹੈ। ਜੇ ਸੁੱਖ ਸਾਗਰ ਵਿੱਚ ਜਾਣਾ ਤਾਂ ਉਹ ਗੱਲ ਮੰਨਣੀ ਪਊਗੀ। ਸੋ ਦੋਏ ਨਾ ਵਸੈ ਇੱਕ ਠਾਈ, ਇੱਕ ਥਾਂ ਤੇ ਨਹੀਂ ਰਹਿ ਸਕਦੇ। ਮੁਕਤੀ ਤੋਂ ਬਹੁਤ ਅੱਗੇ ਹੈ ਭਗਤੀ। ਸੋ ਸਨਾਤਨ ਮੱਤ ਵਿੱਚ ਤਾਂ ਮੁਕਤੀ ਉਹ ਬਹੁਤ ਵੱਡੀ ਗੱਲ ਹੈ, ਪਰ ਗੁਰਮਤਿ ਗੁਰਬਾਣੀ ਅਨੁਸਾਰ ਅਧੂਰਾ ਸਫ਼ਰ ਹੈ। ਗੁਰਬਾਣੀ ਤਾਂ ਕਹਿੰਦੀ ਹੈ ਮੁਕਤ ਬੱਪਰੀ ਪੀ ਗਿਆਨੀ ਤਿਆਗ ਹੈ। ਜਿਹਨੂੰ ਗਿਆਨ ਹੋ ਜਾਂਦਾ ਉਹ ਤਾਂ ਮਾਇਆ ਛੱਡ ਜਾਂਦਾ, ਮੁਕਤੀ ਨੂੰ ਛੱਡ ਜਾਂਦਾ। ਸੋ ਗਿਆਨੀ ਗੁਰਮੁਖ ਇਸ ਨੂੰ ਛੱਡ ਜਾਂਦਾ, ਕਿਉਂਕਿ ਮੁਕਤੀ ਨਾਲ ਅਸਲੀ ਧਰਮ ਦੀ ਸੋਝੀ ਨਹੀਂ ਰਹਿੰਦੀ। ਇੱਥੋਂ ਤੱਕ ਵੀ ਗੁਰਬਾਣੀ 'ਚ ਲਿਖਿਆ ਹੋਇਆ ਵੀ ਜਿਹੜਾ ਮੁਕਤੀ ਦੀ ਇੱਛਾ ਵੀ ਰੱਖਦਾ ਨਾ, ਉਹਨੂੰ ਵੀ ਸੱਚਖੰਡ ਵਾਲੇ ਨਹੀਂ ਅੰਦਰ ਵੜਨ ਦਿੰਦੇ। ਧਰਮੀ ਧਰਮ ਗਵਾਵ ਹੈ, ਜੇ ਮੰਗੈ ਮੋਖ ਦਵਾਰ। ਜੇ ਇਹ ਇੱਛਾ ਵੀ ਰੱਖ ਲਈ ਮੇਰੀ ਮੁਕਤੀ ਹੋ ਜਾਵੇ, ਤਾਂ ਵੀ ਸੱਚਖੰਡ ਨਹੀਂ ਪ੍ਰਾਪਤ ਹੁੰਦਾ, ਤਾਂ ਵੀ ਹੁਕਮ ਦੀ ਬਾਰੇ ਨਹੀਂ ਪਤਾ ਲੱਗਦਾ। ਸੱਚ ਦੀ ਸੋਝੀ ਰੱਖਣ ਵਾਲਾ ਦਰਵਾਜ਼ੇ ਨੂੰ ਘਰ ਨਹੀਂ ਕਦੇ ਵੀ ਮੰਨਦਾ ਹੁੰਦਾ। ਜੇ ਦਰਵਾਜ਼ੇ ਨੂੰ ਘਰ ਮੰਨ ਲਿਆ ਤਾਂ ਜੋ ਕਮਾਈ ਕੀਤੀ ਹੈ ਸਭ ਖਤਮ। ਭਿਖਾਰੀ ਦਾ ਭਿਖਾਰੀ ਹੀ ਰਹਿ ਜਾਂਦਾ, ਫਿਰ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦਾ। ਦੂਸਰਾ ਜਨਮ ਮਿਲਣਾ ਕੋਈ ਸਜ਼ਾ ਨਹੀਂ, ਸਿਰਫ ਅਗਿਆਨਤਾ ਭਰਮ ਨੂੰ ਦੂਰ ਕਰਨ ਲਈ ਫਿਰ ਸਰੀਰ ਮਿਲਦਾ। ਪਰ ਅਸੀਂ ਅਗਿਆਨੀ ਹਾਂ। ਅਗਿਆਨੀ ਦੀ ਧਰਮ ਦੀ ਵਿਚਾਰਧਾਰਾ ਨਾਲ ਜੁੜ ਕੇ ਭਰਮ ਖਤਮ ਕਰਨ ਦੀ ਵਜ੍ਹਾ ਨਾਲੋਂ ਭਰਮ ਹੋਰ ਵਧਾ ਲੈਂਦੇ। ਆਏ ਤਾਂ ਸੀ ਕਿ ਭਰਮ ਨੂੰ ਘਟਾਉਣ ਵਾਸਤੇ, ਸਗੋਂ ਭਰਮ ਵਧਾ ਲਿਆ। ਜਦੋਂ ਤੱਕ ਭਰਮ ਖਤਮ ਨਹੀਂ ਹੁੰਦਾ ਸਰੀਰ ਮਿਲਣੋਂ ਵੀ ਬੰਦ ਨਹੀਂ ਹੁੰਦਾ। ਸੋ ਕਈ ਆਖਦੇ ਹਨ ਕਿ ਕਰਮਾਂ ਕਰਕੇ ਜਨਮ ਹੈ, ਉਹ ਸਰੀਰ ਕਰਕੇ ਕਰਮ ਮੰਨਦੇ ਹਨ, ਜਦੋਂ ਕਿ ਗੁਰਬਾਣੀ ਨਹੀਂ ਮੰਨਦੀ ਕਿ ਸਰੀਰ ਕਰਕੇ ਕਰਮ ਹੁੰਦਾ। ਅਸਲ ਵਿੱਚ ਜਦੋਂ ਕੋਈ ਜੂਨੀ ਵਿੱਚ ਜੀਵ ਆਤਮਾ ਪਹਿਲੀ ਵਾਰ ਆਈ ਹੈ ਤਾਂ ਹੀ ਸਰੀਰ ਮਿਲਿਆ ਹੋਵੇਗਾ। ਫਿਰ ਇਕੱਲੀ ਆਤਮਾ ਨੇ ਕੀ ਕੀਤਾ ਐਸਾ ਕਿ ਸਰੀਰ ਮਿਲਿਆ? ਜਦੋਂ ਕਿ ਅਸੀਂ ਜਾਂ ਸਾਡੇ ਸਾਰੇ ਪ੍ਰਚਾਰਕ ਇਹੀ ਮੰਨਦੇ ਹਨ ਕਿ ਕਰਮਾਂ ਕਰਕੇ ਸਰੀਰ ਮਿਲਿਆ, ਫਿਰ ਸਰੀਰ ਆਤਮਾ ਨੂੰ ਬਾਅਦ 'ਚ ਮਿਲਿਆ ਤੇ ਇਕੱਲੀ ਆਤਮਾ ਨੇ ਕੀ ਕਰਮ ਕੀਤਾ? ਅੱਜ ਕਿਸੇ ਵੀ ਧਾਰਮਿਕ ਆਗੂ ਤੋਂ ਮੈਂ ਨਹੀਂ ਸੁਣਿਆ। ਹੁਣ ਗੁਰਬਾਣੀ ਤੋਂ ਸੁਣਿਆ ਤਾਂ ਗੱਲ ਹੋਰ ਹੋਈ ਹੈ। ਸਾਡੀ ਸੋਚ ਹੀ ਕਰਮ ਹੈ, ਇਹੀ ਭਰਮ ਹੈ। ਭਰਮੇ ਭੁੱਲਾ ਦਹਿ ਦਿਸਤਾਵੈ, ਗੁਰ ਪ੍ਰਸਾਦ ਭਰਮ ਕਾ ਨਾਸ। ਗਿਆਨ ਭਇਆ ਤਾਂ ਕਰਮੈ ਨਾਸ। ਹੁਣ ਇੱਥੇ ਇਹ ਅਰਥ ਵੀ ਸਾਫ਼ ਹੋ ਗਿਆ ਕਿ ਗੁਰ ਹੈ ਜਿਹੜਾ, ਉਹਦਾ ਅਰਥ ਗਿਆਨ ਹੀ ਹੈ। ਇਹ ਦੋਨੇ ਇੱਕੋ ਹੀ ਅਰਥ ਰੱਖਦੇ ਆ, ਦੂਜਾ ਅਰਥ ਨਹੀਂ ਹੈਗਾ। ਸੋ ਜਦੋਂ ਅਸੀਂ ਗਿਆਨ ਨਾਲ ਸਮਝ ਲਿਆ ਕਿ ਮੈਂ ਤਾਂ ਕੁਝ ਹੀ ਨਹੀਂ ਕਰ ਸਕਦਾ, ਫਿਰ ਮੈਂ ਦੋਸ਼ੀ ਕਿਉਂ? ਕਿਉਂਕਿ ਕਰਵਾ ਤਾਂ ਹੁਕਮ ਹੀ ਰਿਹਾ, ਸਾਰਾ ਕੁਝ ਹੁਕਮ ਦੇ ਵਿੱਚ ਹੋ ਰਿਹਾ। ਪਰ ਹੈ ਗੱਲ ਔਖੀ, ਇਹ ਬੜੀ ਗੁੰਝਲਦਾਰ ਹੈ, ਛੇਤੀ ਸਮਝਣ ਵਿੱਚ ਵੀ ਨਹੀਂ ਆਉਂਦੀ। ਤਾਂ ਹੀ ਤਾਂ ਸ਼ਾਇਦ ਭਗਤਾਂ ਨੇ ਪਾਤਸ਼ਾਹੀਆਂ ਦੇ ਦਾ ਵਿਰੋਧ ਹੁੰਦਾ ਰਿਹਾ, ਕਿਉਂਕਿ ਦੂਜੀਆਂ ਮੱਤਾਂ ਕਰਮਾਂ ਨੂੰ ਮੰਨਦੀਆਂ ਸਨ, ਮਾਇਆ 'ਚ ਭਗਵਾਨ ਆਇਆ ਮੰਨਦੀਆਂ ਸਨ, ਤੇ ਅੱਜ ਵੀ ਮੰਨਦੀਆਂ ਹਨ। ਇਹਨਾਂ ਨੇ ਆ ਕੇ ਉਹਨਾਂ ਦੇ ਭਲੇ ਹਿੱਤ ਸਹੀ ਗੱਲ ਦੱਸੀ, ਉਹਨਾਂ ਨੂੰ ਗਲਤ ਲੱਗੀ, ਕਿਉਂਕਿ ਉਹ ਸਦੀਆਂ ਤੋਂ ਮੰਨਦੇ ਆਉਂਦੇ ਸੀ। ਇਹੀ ਕਾਰਨ ਵਿਰੋਧ ਦਾ ਹੋਇਆ ਜੋ ਅੱਜ ਤੱਕ ਚੱਲਦਾ ਹੈ। ਸੋ ਅੱਗੇ ਵੀ ਚੱਲਦਾ ਰਹੂ ਜਿੰਨਾ ਚਿਰ ਪਰਮੇਸ਼ਰ ਨੇ ਸ੍ਰਿਸ਼ਟੀ ਬਣਾ ਕੇ ਰੱਖਣੀ ਹੈ। ਹਾਂ, ਇਹ ਠੀਕ ਹੈ ਕਿ ਆਮ ਲੋਕਾਂ ਦੀ ਪਹੁੰਚ ਤੋਂ ਇਹ ਗੱਲ ਪਰੇ ਹੈ,
ਸੋ ਗੁਰਬਾਣੀ ਹੈ ਮੇਰੇ ਮਨਾ ਸੋਚਣਾ ਬੰਦ ਕਰਵਾਉਂਦੀ ਹੈ ਤੇ ਸਮਝਣ ਤੇ ਜ਼ੋਰ ਦਿੰਦੀ ਹੈ। ਸੋਚ ਨਾਲ ਤਾਂ ਸੰਸਾਰੀ ਕੰਮ ਵੀ ਨਹੀਂ ਚੱਲਦੇ, ਜੇ ਦੇਖਿਆ ਜਾਵੇ ਉਹਨਾਂ ਲਈ ਵੀ ਸਮਝਣਾ ਪੈਂਦਾ, ਵਿਚਾਰਨਾ ਪੈਂਦਾ। ਸੋ ਇਸੇ ਤਰ੍ਹਾਂ ਹੀ ਪਰਮਾਰਥ ਵਿੱਚ ਵੀ ਸਮਝਣਾ ਪੈਂਦਾ। ਪਰ ਮਨਾ ਤੂੰ ਤਾਂ ਗੁਰਬਾਣੀ ਪੜ੍ਹੀ ਜਾ ਰਹੇ ਤੇ ਸਮਝਦਾ ਕਿਉਂ ਨਹੀਂ? ਜਦ ਕਿ ਤੈਨੂੰ ਤਾਂ ਗੁਰਬਾਣੀ ਆਖਦੀ ਆ, ਖੋਜ ਬੂਝ ਜੋ ਕਰੇ ਵਿਚਾਰਾ ਤਾਂ ਭਵ ਜਲ ਤਰਤ ਨਾ ਲਾਵੇ ਬਾਰਾ। ਅਸਲ ਵਿੱਚ ਮਨਾ ਤੈਨੂੰ ਗੁਰਬਾਣੀ ਤੇ ਭਰੋਸਾ ਹੀ ਨਹੀਂ ਹੈ। ਜਿੱਦਣ ਤੋਂ ਗੁਰਬਾਣੀ ਤੇ ਭਰੋਸਾ ਕਰ ਲਿਆ, ਪ੍ਰਾਪਤੀ ਵੀ ਨਾਲ ਦੀ ਨਾਲ ਹੀ ਹੋਊ। ਬਾਹਰੀ ਭਰੋਸੇ ਵਾਲਿਆਂ ਨੇ ਤੇ ਇਹੀ ਕਹਿਣ ਲੱਗੇ ਤੇ ਇਹੀ ਕਹਿੰਦੇ ਨੇ ਕਿ ਨਾਮ ਜਪੀ ਚੱਲ, ਅੱਗੇ ਸੁੱਖ ਮਿਲੂ। ਸੋ ਮਨਾ ਆਪਣੀ ਸੋਚ ਛੱਡ ਕੇ ਗੁਰ ਕੀ ਮਤ ਧਾਰਨ ਕਰ ਲੈ, ਜੀਵਨ ਸਫਲ ਹੋ ਜਾਊਗਾ। ਇਹੀ ਉਸ ਦਾ ਸਭ ਤੋਂ ਵੱਡਾ ਵਿਧਾਨ ਹੈ, ਵਡੱਪਣ ਹੈ। ਫਿਰ ਉਹਦੇ ਵਿੱਚ ਸਮਾ ਜਾਏਗਾ ਕਿ ਹੁਕਮ 'ਚ ਚੱਲਣਾ ਸਿੱਖ ਲੈ, ਸੁਭਾਅ ਬਣਾ ਲੈ ਕਿ ਹੁਕਮ ਹੀ ਸਰੀਰ ਆਤਮਾ ਵੱਖ-ਵੱਖ ਜਾਣ ਲੈ। ਫਿਰ ਸਰੀਰ ਮਾਇਆ ਦਾ ਮਾਇਆ 'ਚ ਹੀ ਰਹਿ ਜਾਵੇਗਾ ਤੇ ਜਿਹੜੀ ਆਤਮਾ ਹੈ ਹੁਕਮ ਦੇ ਵਿੱਚ ਸਮਾ ਕੇ ਇੱਕ ਹੋ ਜਾਵੇਗੀ। ਫੇਰ ਪਤਾ ਲੱਗਣਾ, ਉਹਨਾਂ ਚਿਰ ਨਹੀਂ ਪਤਾ ਲੱਗਦਾ। ਉਹਨਾਂ ਚਿਰ ਤਾਂ ਵੀ ਸੰਸਾਰ ਹੀ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣੇ। ਬਹੁਤ ਵੱਡੀ ਅਸਚਰਜਤਾ ਦੀ ਗੱਲ ਹੈ ਕਿ ਹੁਕਮ ਸਭ ਨੂੰ ਵੇਖ ਰਿਹਾ, ਸਭ ਨੂੰ ਚਲਾ ਰਿਹਾ। ਜਿਹੜੇ ਹੁਕਮ 'ਚ ਚੱਲ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਸਾਨੂੰ ਕੋਈ ਪਿੱਛੇ ਚਲਾ ਰਿਹਾ। ਉਹਨਾਂ ਨੂੰ ਇਹੀ ਭਰਮ ਹੈ ਵੀ ਅਸੀਂ ਉਹ ਬਹੁਤ ਕੁਝ ਕਰ ਸਕਦੇ ਹਾਂ, ਅਸੀਂ ਪਤਾ ਨਹੀਂ ਕੀ ਕਰੀ ਜਾਂਦੇ। ਸੋ ਹੇ ਮੇਰੇ ਮਨਾ ਆਦੇਸ ਤਿਸਾ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਇਹਦੀ ਵਿਆਖਿਆ ਆਪਾਂ ਪਹਿਲਾਂ ਵੀ ਕੀਤੀ ਹੋਈ ਹੈ। ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਹੁਕਮ ਦੇ ਵਿੱਚ ਝੁਕਾ ਕੇ ਰੱਖ, ਉਹਦੇ ਅੱਗੇ ਸਮਰਪਣ ਕਰਕੇ ਰੱਖ, ਤਾਂ ਤੇਰਾ ਜੀਵਨ ਹੈ ਜਿਹੜਾ ਇਹ ਸਫਲ ਹੋ ਸਕਦਾ ਹੈ। ਸੋ ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।